ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਗੁਰੂ ਪਿਆਰੀ ਗੁਰੂ ਸਵਾਰੀ ਪਰਮ ਸਤਿਕਾਰਯੋਗ ਸਤ ਸੰਗ ਜੀਓ। ਅੱਜ ਦਾਸ ਧੰਨ ਧੰਨ ਬਾਬਾ ਨੰਦ ਸਿੰਘ ਜੀ ਦੀ ਚੱਲ ਰਹੀ ਲੜੀਵਾਰ ਪ੍ਰਸੰਗ ਕਥਾ ਦੇ ਤਹਿਤ ਉਹਨਾਂ ਦੇ ਅਗਲੇ ਜੀਵਨ ਦਰਸ਼ਨਾਂ ਦੀ ਜੋ ਕੜੀ ਆ ਦਾਸ ਆਪ ਸਾਰੀਆਂ ਸੰਗਤਾਂ ਨਾਲ ਸਾਂਝਾ ਕਰਦਾ ਹੈਗਾ। ਜਦੋਂ ਬਾਬਾ ਹਰੀ ਸਿੰਘ ਜੀ ਉਸ ਟਾਈਮ ਸੰਤ ਬਾਬਾ ਨੰਦ ਸਿੰਘ ਉਹਨਾਂ ਦੇ ਡਰਾਈਵਿੰਗ ਦੀ ਸੇਵਾ ਕਰਦੇ ਹੁੰਦੇ ਸੀ। ਸੋ ਉਸ ਟਾਈਮ ਇੱਕ ਵਾਰੀ ਬਾਬਾ ਹਰੀ ਸਿੰਘ ਹੁਣੀ ਦੱਸਦੇ ਸੀਗੇ ਕਿ ਜਦੋਂ ਇੱਕ ਵਾਰੀ ਮੈਂ ਕਾਰ ਦੇ ਵਿੱਚ ਬਾਬਾ ਨੰਦ ਸਿੰਘ ਨੂੰ ਲੈ ਕੇ ਦਿੱਲੀ ਜਾ ਰਿਹਾ ਸੀਗਾ, ਪਰ ਜਦੋਂ ਕਹਿੰਦੇ ਅਸੀਂ ਅੰਬਾਲਾ ਲੰਘੇ ਹੈ ਨਾ ਉਹਨਾਂ ਟਾਈਮਾਂ 'ਚ, ਅੰਬਾਲਾ ਲੰਘਣ ਤੋਂ ਬਾਅਦ ਬਾਬਾ ਹਰੀ ਸਿੰਘ ਕਹਿੰਦੇ ਮੇਰੀ ਗੱਡੀ ਚਲਾਉਂਦੇ ਚਲਾਉਂਦੇ ਅੱਖ ਲੱਗ ਗਈ। ਜਦ ਅੱਖ ਲੱਗ ਗਈ ਤਾਂ ਮੈਂ ਗੱਡੀ ਚਲਾਉਂਦਾ ਚਲਾਉਂਦਾ ਨੀਂਦ ਦੇ ਵਿੱਚ ਚਲੇ ਗਿਆ, ਜਿਉਂ ਕਹਿ ਲਓ ਕਿ ਸੌਂ ਗਏ। ਕਹਿੰਦੇ ਜਦੋਂ ਸੌਂ ਗਿਆ ਤਾਂ ਗੱਡੀ ਜਿਹੜੀ ਸੀ ਉਹ ਆਪਣੇ ਆਪ ਹੀ ਚੱਲਦੀ ਗਈ। ਜਦ ਸੜਕ 'ਤੇ ਗੱਡੀ ਆਪਣੇ ਆਪ ਚੱਲਦੀ ਗਈ ਤਕਰੀਬਨ ਅੱਧਾ ਘੰਟੇ ਤੋਂ ਜਦੋਂ ਥੋੜ੍ਹਾ ਜ਼ਿਆਦਾ ਟਾਈਮ ਹੋ ਗਿਆ ਤਾਂ ਫਿਰ ਬਾਬਾ ਹਰੀ ਸਿੰਘ ਜੀ ਕਹਿੰਦੇ ਕਿ ਬਾਬਾ ਨੰਦ ਸਿੰਘ ਜੀ ਮੈਨੂੰ ਕਹਿੰਦੇ ਵੀ ਹਰੀ ਸਿੰਘ ਕਿੱਥੇ ਪਹੁੰਚ ਗਏ ਆ। ਕਹਿੰਦੇ ਜਦ ਇੰਨੀ ਗੱਲ ਹੋਈ ਆ ਤਾਂ ਮੈਂ ਯਕਦਮ ਮੈਂ ਖੋਲੀ ਘਬਰਾਹਟ ਕੇ ਕੀ ਦੇਖਿਆ ਅਤੇ ਬਾਬਾ ਜੀ ਕਹਿਣ ਲੱਗੇ ਕਹਿੰਦੇ ਲੱਗਦਾ ਦਿੱਲੀ ਦਾ ਪੁਲ ਆ ਗਿਆ। ਅਤੇ ਬਾਬਾ ਹਰੀ ਸਿੰਘ ਕਹਿਣ ਲੱਗੇ ਮੈਂ ਕਿਹਾ ਕਮਾਲ ਹੋ ਗਈ ਆ, ਮੈਂ ਤਾਂ ਗੱਡੀ ਚਲਾਉਂਦਾ ਸੌਂ ਗਿਆ ਪਰ ਦਿੱਲੀ ਦੇ ਪੁਲ 'ਤੇ ਕੋਲ ਗੱਡੀ ਪਹੁੰਚ ਗਈ, ਬੜੀ ਅਚਰਜ ਵਾਲੀ ਗੱਲ ਆ। ਪਰ ਹੁਣ ਕਹਿੰਦੇ ਮਨ ਦੇ ਵਿੱਚ ਹੋਇਆ ਵੀ ਇਹ ਆ ਬਾਬਾ ਨੰਦ ਸਿੰਘ ਹੁਣੀ, ਕਿ ਸੁੱਤਾ ਤਾਂ ਮੈਂ ਪਿਆ ਹੈਗਾ ਪਰ ਗੱਡੀ ਤਾਂ ਬਾਬਾ ਨੰਦ ਸਿੰਘ ਹੁਣੀ ਆਪਣੀ ਤਾਕਤ ਨਾਲ ਚਲਾਈ ਜਾਂਦੇ ਆ। ਉਸ ਤੋਂ ਬਾਅਦ ਫਿਰ ਕਹਿੰਦੇ ਵੀ ਜਦੋਂ ਇਹ ਗੱਡੀ ਜਿਹੜੀ ਸੀਗੀ ਦਿੱਲੀ ਦਾ ਪੁਲ ਲੰਘ ਗਈ, ਉਸ ਤੋਂ ਬਾਅਦ ਫਿਰ ਇਹਨਾਂ ਦੇ ਜਿਹੜੇ ਸੇਵਕ ਸੀਗੇ ਪਿੱਛੇ 2 ਟਰੱਕਾਂ 'ਤੇ ਆ ਰਹੇ ਸੀ। ਜਦ ਉਹ ਟਰੱਕਾਂ 'ਤੇ ਆ ਰਹੇ ਸੀਗੇ ਅਤੇ ਉਹਨਾਂ ਨੇ ਫਿਰ ਇੱਕ ਜਗ੍ਹਾ ਨਾ ਪੁਲਿਸ ਦਾ ਨਾਕਾ ਲੱਗਾ ਸੀ ਉੱਥੇ ਦਿੱਲੀ ਦੇ ਵਿੱਚ ਉਹਨਾਂ ਟਾਈਮਾਂ 'ਚ, ਅਤੇ ਉਹਨਾਂ ਨੇ ਪੁਲਿਸ ਕੋਲ ਆ ਕੇ ਪੁੱਛਿਆ ਵੀ ਇੱਥੋਂ ਦੀ ਇੱਕ ਕਾਰ ਲੰਘੀ ਆ ਵੀ ਤੁਸੀਂ ਦੱਸ ਸਕਦੇ ਕਿੱਧਰ ਨੂੰ ਗਈ, ਕਿਉਂਕਿ ਉਹਨਾਂ ਟਾਈਮਾਂ ਦੇ ਵਿੱਚ ਟਰੈਫਿਕ ਬੜੀ ਘੱਟ ਹੁੰਦੀ ਸੀ। ਤਾਂ ਫਿਰ ਉਹ ਪੁਲਿਸ ਵਾਲੇ ਨੇ ਦੱਸਿਆ ਕਿ ਇੱਕ ਕਾਰ ਜਿਹੜੀ ਹੈ ਨਾ ਇਸ ਪਾਸੇ ਗਈ ਆ। ਕਹਿੰਦੇ ਜਦੋਂ ਇੰਨੀ ਗੱਲ ਹੋਈ ਤਾਂ ਫਿਰ ਉਹ ਸੇਵਾਦਾਰ ਕਹਿੰਦੇ ਵੀ ਅਸੀਂ ਵੀ ਉਹ ਜਿਹੜਾ ਰਸਤਾ ਪੁਲਿਸ ਵਾਲੇ ਨੇ ਦੱਸਿਆ ਸੀ ਉੱਧਰ ਨੂੰ ਗਏ। ਜਦ ਕੀ ਦੇਖਿਆ ਕਿ ਵਾਕਈ ਇੱਕ ਜਗ੍ਹਾ ਬਾਬਾ ਜੀ ਨੇ ਜਿਹੜੀ ਗੱਡੀ ਆਪਣੀ ਕਾਰ ਰੋਕੀ ਅਤੇ ਉੱਥੇ ਇੱਕ ਦਰੱਖਤ ਦੇ ਥੱਲੇ ਬੈਠ ਕੇ ਕੁਛ ਚਿਰ ਆਰਾਮ ਕਰਨ ਵਾਸਤੇ ਬੈਠ ਗਏ ਸੀ। ਜਦ ਆਰਾਮ ਕਰਨ ਵਾਸਤੇ ਬੈਠੇ ਤਾਂ ਕਹਿੰਦੇ ਵੀ ਅਸੀਂ ਵੀ ਉੱਥੇ ਰੁਕ ਗਏ। ਅਤੇ ਅੱਜ ਕੱਲ੍ਹ ਜਿਸ ਜਗ੍ਹਾ ਬਾਬਾ ਨੰਦ ਸਿੰਘ ਹੁਣਾਂ ਨੇ ਜਿਸ ਦਰੱਖਤ ਦੇ ਥੱਲੇ ਆਰਾਮ ਕੀਤਾ ਉੱਥੇ ਅੱਜ ਹੈ ਨਾ ਨਾਨਕ ਠਾਠ ਗੁਰਦੁਆਰਾ ਸੰਗਤ ਨੇ ਬਣਾਇਆ ਹੈਗਾ। ਸੋ ਸੰਗਤ ਦੀ ਉਸ ਅਸਥਾਨ ਦੇ ਉੱਤੇ ਬੜੀ ਗਹਿਮਾ ਗਹਿਮੀ ਰਹਿੰਦੀ ਆ। ਸੋ ਇਹ ਹੈ ਸੰਤ ਮਹਾਂਪੁਰਖ ਬਾਬਾ ਨੰਦ ਸਿੰਘ ਹੁਣਾਂ ਦਾ, ਬਾਬਾ ਹਰੀ ਸਿੰਘ ਹੁਣਾਂ 'ਤੇ ਕਿਰਪਾ ਕਿ ਨੀਂਦ ਦੇ ਵਿੱਚ ਵੀ ਕਿਵੇਂ ਗੱਡੀ ਆਪਣੇ ਆਪ ਸੜਕ 'ਤੇ ਚੱਲਦੀ ਰਹੀ ਆ। ਇਹ ਬਹੁਤ ਵੱਡਾ ਕ੍ਰਿਸ਼ਮਾ ਆ। ਸੋ ਇੱਕ ਵਾਰ ਦੱਸਦੇ ਆ ਕਿ ਪਾਕਿਸਤਾਨ ਦਾ ਇੱਕ ਪਟਵਾਰੀ ਪ੍ਰੇਮੀ ਸੀਗਾ ਅਤੇ ਉਹ ਰਹਿੰਦਾ ਜਲੰਧਰ ਸੀਗਾ, ਅਤੇ ਪਰ ਉਹਦਾ ਲੜਕਾ ਉਹਨਾਂ ਟਾਈਮਾਂ 'ਚ ਲਾਹੌਰ ਪੜ੍ਹਦਾ ਹੁੰਦਾ ਸੀ। ਜਦੋਂ ਕਹਿੰਦੇ ਲਾਹੌਰ ਪੜ੍ਹਦਾ ਹੁੰਦਾ ਸੀਗਾ ਅਤੇ ਉਹ ਬਾਬਾ ਨੰਦ ਸਿੰਘ ਦੀ ਸੇਵਾ 'ਚ ਆਇਆ। ਉਸ ਲੜਕੇ ਦਾ ਸੇਵਾ ਦੇ ਵਿੱਚ ਇੰਨਾ ਮਨ ਲੱਗਾ, ਉਹਦਾ ਦਿਲ ਹੀ ਨਾ ਕਰੇ ਕਿ ਮੈਂ ਮੁੜ ਕੇ ਆਪਣੇ ਘਰ ਆ ਜਾਵਾਂ। ਪਰ ਜਦ ਉਹਨਾਂ ਦੇ ਪਿਤਾ ਜੀ ਆਏ ਅਤੇ ਉਹ ਬਾਬਾ ਜੀ ਨੂੰ ਕਹਿਣ ਲੱਗੇ ਕਿ ਲੜਕਾ ਜਿਹੜਾ ਮੇਰਾ ਲਾਹੌਰ ਪੜ੍ਹਦਾ ਹੈਗਾ ਅਤੇ ਇਸ ਨੂੰ ਲਾਹੌਰ ਭੇਜੋ ਤਾਂ ਜੋ ਇਹਦਾ ਜਿਹੜਾ ਰਿਜ਼ਲਟ ਆਇਆ ਹੈ ਨਾ ਉਹ ਰਿਜ਼ਲਟ ਦਾ ਪਤਾ ਕਰਿਆ ਵੇ। ਜਦ ਇੰਨੀ ਗੱਲ ਹੋਈ ਤਾਂ ਬਾਬਾ ਜੀ ਕਹਿੰਦੇ ਚਲੋ, ਕਹਿੰਦੇ ਪਾਸ ਤਾਂ ਇੰਨੇ ਹੋ ਹੀ ਜਾਣਾ ਹੈਗਾ, ਅਤੇ ਚਲੋ ਫਿਰ ਕਾਕੇ ਨੂੰ ਕਹਿਣ ਲੱਗੇ ਵੀ ਤੂੰ ਇਸ ਤਰ੍ਹਾਂ ਕਰ, ਲਾਹੌਰ ਜਾ ਕੇ ਆਪਣਾ ਜਿਹੜਾ ਰਿਜ਼ਲਟ ਨਤੀਜਾ ਉਹ ਦੇਖ ਕੇ ਆ ਜਾ। ਜਦ ਇੰਨੀ ਗੱਲ ਹੋਈ ਹੁਣ ਬੱਚੇ ਦਾ ਜਿਹੜਾ ਸੀਗਾ ਮਨ ਬਾਬਾ ਨੰਦ ਸਿੰਘ ਹੁਣਾਂ ਦੀ ਪ੍ਰੇਮ ਦੇ ਵਿੱਚ ਬਹੁਤ ਲੱਗਾ ਸੀਗਾ। ਖੈਰ ਉਹ ਬੱਚਾ ਨਾ ਚਾਹੁੰਦਾ ਹੋਇਆ ਵੀ ਉਹਨਾਂ ਟਾਈਮਾਂ 'ਚ ਫਿਰ ਲਾਹੌਰ ਗਿਆ। ਜਦ ਲਾਹੌਰ ਗਿਆ, ਜਦੋਂ ਉਹਨੇ ਉਹ ਆਪਣਾ ਜਿਹੜਾ ਨਤੀਜਾ ਸੀਗਾ ਸਕੂਲ ਦੇ ਵਿੱਚ ਬਲੈਕ ਬੋਰਡ ਉੱਤੇ ਦੇਖਿਆ ਤਾਂ ਪਹਿਲਾ ਨੰਬਰ ਉਹਦਾ ਨਤੀਜੇ ਦੇ ਵਿੱਚ ਬੋਲਦਾ ਸੀਗਾ। ਫਿਰ ਉਹ ਲੜਕਾ ਇੰਨਾ ਖੁਸ਼ ਹੋਇਆ। ਉਸ ਤੋਂ ਬਾਅਦ ਉਸੇ ਬੱਚੇ ਦੇ ਮਨ ਦੇ ਵਿੱਚ ਆਇਆ ਕਿ ਮੈਂ ਬਾਬਾ ਨੰਦ ਸਿੰਘ ਹੁਣਾਂ ਵਾਸਤੇ ਕੁਛ ਨਾ ਕੁਛ ਨਿਸ਼ਾਨੀ ਜ਼ਰੂਰ ਲੈ ਕੇ ਆਵਾਂ, ਕਿਉਂਕਿ ਬਾਬਾ ਨੰਦ ਸਿੰਘ ਦੀ ਕਿਰਪਾ ਦੇ ਨਾਲ ਤਾਂ ਮੈਂ ਪਹਿਲੇ ਨੰਬਰ 'ਤੇ ਆ ਗਿਆ ਇਸ ਪੜ੍ਹਾਈ ਦੇ ਵਿੱਚੋਂ। ਫਿਰ ਉਹ ਦੱਸਦੇ ਉਸ ਲੜਕੇ ਨੇ ਨਾ ਉਹਨਾਂ ਟਾਈਮਾਂ ਦੇ ਵਿੱਚ 1 ਰੁਪਈਏ ਦਾ ਇੱਕ ਫੋਟੋ ਬਾਬਾ ਨਾਨਕ ਜੀ ਦਾ ਲਿਆ। ਜਦੋਂ ਧੰਨ ਗੁਰੂ ਨਾਨਕ ਸਾਹਿਬ ਮਹਾਰਾਜ ਦਾ 1 ਰੁਪਏ ਦਾ ਫੋਟੋ ਖਰੀਦ ਕੇ ਲਿਆਂਦਾ ਅਤੇ ਉਹਨੂੰ ਬੜੇ ਸੁੰਦਰ ਕਾਗਜ਼ ਦੇ ਵਿੱਚ ਲਪੇਟ ਕੇ ਬਾਬਾ ਨੰਦ ਸਿੰਘ ਹੁਣਾਂ ਦੇ ਪਾਸ ਲੈ ਕੇ ਆਇਆ। ਜਦ ਲੈ ਕੇ ਆਇਆ ਅਤੇ ਉਹੀ ਫੋਟੋ ਜਿਹੜੀ ਸੀ ਬਾਬਾ ਨੰਦ ਸਿੰਘ ਹੁਣੀ ਉਹਨਾਂ ਟਾਈਮਾਂ ਦੇ ਵਿੱਚ ਮੂਹਰੇ 'ਤੇ ਬੈਠੇ ਸੀਗੇ, ਕਾਗਜ਼ ਖੋਲ੍ਹ ਕੇ ਨਾ ਬਾਬਾ ਨੰਦ ਸਿੰਘ ਹੁਣਾਂ ਦੇ ਅੱਗੇ ਕਰਤੀ। ਜਦ ਕੀਤੀ, ਜਦੋਂ ਬਾਬਾ ਨੰਦ ਸਿੰਘ ਹੁਣਾਂ ਨੇ ਧੰਨ ਗੁਰੂ ਨਾਨਕ ਸਾਹਿਬ ਮਹਾਰਾਜ ਦਾ ਫੋਟੋ ਦੇਖਿਆ, ਉਸੇ ਟਾਈਮ ਹੀ ਬਾਬਾ ਨੰਦ ਸਿੰਘ ਹੁਣੀ ਜਿਹੜੇ ਸੀਗੇ ਉਹ ਆਪਣੇ ਮੂਹਰੇ ਤੋਂ ਉੱਠ ਕੇ ਪਹਿਲਾਂ ਤਾਂ ਫੋਟੋ ਨੂੰ ਨਮਸਕਾਰ ਕੀਤੀ, ਫਿਰ ਧੰਨ ਗੁਰੂ ਨਾਨਕ ਸਾਹਿਬ ਮਹਾਰਾਜ ਦੀ ਫੋਟੋ ਨੂੰ ਆਪਣੇ ਸੀਸ 'ਤੇ ਰੱਖਿਆ। ਤਾਂ ਉਹਨਾਂ ਟਾਈਮਾਂ ਦੇ ਵਿੱਚ ਹੈ ਨਾ ਭਾਈ ਨੱਥਾ ਸਿੰਘ ਹੋਰ ਕੁਛ ਪ੍ਰੇਮੀ ਬਾਬਾ ਨੰਦ ਸਿੰਘ ਕੋਲ ਬੈਠੇ ਸੀ। ਉਹਨਾਂ ਨੇ ਅਚਾਨਕ ਬਾਬਾ ਜੀ ਨੂੰ ਪੁੱਛਿਆ, ਕਹਿਣ ਲੱਗੇ ਵੀ ਇਹ ਜਿਹੜੀ ਫੋਟੋ ਲੜਕਾ ਲੈ ਕੇ ਆਇਆ ਹੈ ਅਤੇ ਕੀ ਇਹ ਅਸਲੀ ਆ ਜਾਂ ਕੋਈ ਹੋਰ ਹੈ।
ਤੇ ਬਾਬਾ ਜੀ ਕਹਿਣ ਲੱਗੇ ਵੀ ਭਾਵੇਂ ਫੋਟੋ ਅਸਲੀ ਨਹੀਂ ਆ ਪਰ ਫਿਰ ਵੀ ਸਾਨੂੰ ਧੰਨ ਗੁਰੂ ਨਾਨਕ ਸਾਹਿਬ ਮਹਾਰਾਜ ਦੀ ਸਾਨੂੰ ਯਾਦ ਕਰਾਉਂਦੀ ਆ। ਜਦ ਇਹ ਬਚਨ ਸੀ ਬਾਬਾ ਜੀ ਨੇ ਕੀਤੇ ਤਾਂ ਫਿਰ ਉਸ ਟਾਈਮ ਸਰਦਾਰ ਨੱਥਾ ਸਿੰਘ ਹੁਣਾਂ ਨੇ ਬਾਬਾ ਨੰਦ ਸਿੰਘ ਹੁਣਾਂ ਨੂੰ ਕਿਹਾ ਕਿ ਸਾਡੇ ਵੀ ਇੱਥੇ ਕਲੇਰੀ ਇੱਕ ਭਗਤ ਸਿੰਘ ਨਾਮ ਦਾ ਜਿਹੜਾ ਆਦਮੀ ਆ ਉਹ ਚਿੱਤਰਕਾਰ ਹੈ, ਜਗਰਾਉਂ ਰਹਿੰਦਾ ਹੈਗਾ, ਅਤੇ ਉਹ ਫੋਟੋ ਬਹੁਤ ਵਧੀਆ ਬਣਾਉਂਦਾ। ਜਦ ਇੰਨੀ ਗੱਲ ਹੋਈ ਤਾਂ ਬਾਬਾ ਜੀ ਕਹਿਣ ਲੱਗੇ ਚੱਲ ਠੀਕ ਆ, ਉਸ ਨੂੰ ਜਾ ਕੇ ਸੁਨੇਹਾ ਦੇ ਦਿਓ ਵੀ ਇੱਕ ਫੋਟੋ ਹੈ ਨਾ ਸਾਨੂੰ ਧੰਨ ਗੁਰੂ ਨਾਨਕ ਸਾਹਿਬ ਮਹਾਰਾਜ ਦੀ ਬਣਾ ਕੇ ਦੇਵੇ। ਸੋ ਉਸ ਤੋਂ ਟਾਈਮ ਫਿਰ ਸਰਦਾਰ ਨੱਥਾ ਸਿੰਘ ਹੁਣਾਂ ਨੇ ਜਾ ਕੇ ਨਾ ਭਗਤ ਸਿੰਘ ਨੂੰ ਦੱਸਿਆ ਕਿ ਇੱਕ ਫੋਟੋ ਤਿਆਰ ਕਰ ਬਾਬੇ ਨਾਨਕ ਦੀ, ਅਤੇ ਬਾਬਾ ਨੰਦ ਸਿੰਘ ਹੁਣਾਂ ਨੇ ਮੰਗੀ ਆ। ਪਰ ਜਿਹੜੇ ਲੜਕੇ ਨੇ ਇਹ ਫੋਟੋ ਦਿੱਤੀ ਸੀਗੀ ਬਾਬਾ ਨੰਦ ਸਿੰਘ ਹੁਣਾਂ ਨੂੰ, ਉਹ ਲੜਕਾ ਤਾਂ ਮਨ ਦੇ ਵਿੱਚ ਬੜਾ ਪ੍ਰਸੰਨ ਹੋਇਆ ਕਿ ਬਾਬਾ ਜੀ ਨੇ ਮੇਰੀ ਭੇਟਾ ਪ੍ਰਵਾਨ ਕਰ ਲਈ ਆ। ਉਸ ਟਾਈਮ ਦੱਸਦੇ ਆ ਕਿ ਇੱਕ ਹੈ ਨਾ ਹਿੰਦੂ ਮੈਜਿਸਟਰੇਟ ਜਿਹੜਾ ਪਹਿਲੀ ਵਾਰੀ ਬਾਬਾ ਨੰਦ ਸਿੰਘ ਹੁਣਾਂ ਦੇ ਦਰਸ਼ਨ ਕਰਨ ਆਇਆ ਸੀਗਾ, ਉਹ ਵੀ ਉੱਥੇ ਕੋਲ ਬੈਠਾ ਸੀਗਾ, ਉਹਦਾ ਨਾਂ ਸੀ ਧੰਨਾ। ਸੋ ਬਾਬਾ ਜੀ ਨੇ ਉਸ ਜਿਹੜਾ ਮੈਜਿਸਟਰੇਟ ਸੀਗਾ ਉਹਨੂੰ ਆਵਾਜ਼ ਮਾਰ ਕੇ ਕਹਿਣ ਲੱਗੇ ਧੰਨਿਆ ਲੈ ਇੱਕ ਤੈਨੂੰ ਅਸੀਂ ਅੱਜ ਭੇਟਾ ਦਿੰਦੇ ਹਾਂ। ਸੋ ਜਦੋਂ ਜਿਹੜਾ ਮੈਜਿਸਟਰੇਟ ਸੀ ਬਾਬਾ ਜੀ ਦੇ ਪਾਸ ਹੈ, ਅਤੇ ਬਾਬਾ ਜੀ ਨੇ ਉਹ ਜਿਹੜਾ ਲੜਕੇ ਦਾ ਫੋਟੋ 1 ਰੁਪਏ ਦਾ ਖਰੀਦਿਆ ਲਾਹੌਰ ਬਾਜ਼ਾਰ 'ਚੋਂ, ਉਹ ਮੈਜਿਸਟਰੇਟ ਧੰਨਾ ਸਿੰਘ ਨੂੰ ਦਿੱਤਾ ਸੀਗਾ। ਅਤੇ ਧੰਨਾ ਸਿੰਘ ਨੂੰ ਦੇਣ ਦੇ ਟਾਈਮ ਬਾਬਾ ਨੰਦ ਸਿੰਘ ਨੇ ਆਖਿਆ ਸੀ, ਕਹਿੰਦੇ ਦੇਖ ਭਾਈ ਇਸ ਫੋਟੋ ਨੂੰ ਚਾਹੇ ਤੂੰ ਫੋਟੋ ਸਮਝ ਲਾ ਅਤੇ ਚਾਹੇ ਤੂੰ ਅਸਲੀ ਧੰਨ ਗੁਰੂ ਨਾਨਕ ਸਮਝ ਲਾ, ਇਹ ਤੇਰੀ ਭਾਵਨਾ ਤੋਂ ਤੇ ਨਿਰਭਰ ਹੈਗਾ। ਜਦ ਇੰਨੀ ਗੱਲ ਹੋਈ ਤਾਂ ਫਿਰ ਉਸ ਮੈਜਿਸਟਰੇਟ ਧੰਨਾ ਸਿੰਘ ਨੇ ਉਹ ਫੋਟੋ ਬਾਬਾ ਜੀ ਤੋਂ ਸਵੀਕਾਰ ਕੀਤਾ। ਦੱਸਦੇ ਆ ਉਹ ਜਿਹੜਾ ਮੈਜਿਸਟਰੇਟ ਧੰਨਾ ਸਿੰਘ ਸੀ ਉਹ ਫੋਟੋ ਬਾਬਾ ਜੀ ਦੀ ਫਿਰ ਪਾਕਿਸਤਾਨ ਲੈ ਗਿਆ ਸੀਗਾ ਉਹਨਾਂ ਟਾਈਮਾਂ 'ਚ। ਜਦ ਪਾਕਿਸਤਾਨ ਲੈ ਕੇ ਗਿਆ, ਉਹਨੇ ਘਰ ਦੇ ਵਿੱਚ ਬੜਾ ਇੱਕ ਸੁੰਦਰ ਪਲੰਗ ਅਲੱਗ ਰੱਖਿਆ, ਅਤੇ ਉਸ ਪਲੰਗ ਦੇ ਉੱਤੇ ਧੰਨ ਗੁਰੂ ਨਾਨਕ ਸਾਹਿਬ ਮਹਾਰਾਜ ਦਾ ਉਹ ਫੋਟੋ ਟਿਕਾਤਾ, ਅਤੇ ਉਹ ਕਮਰਾ ਜਿਹੜਾ ਸੀ ਪੂਜਾ ਵਾਲਾ ਬਣਾਤਾ। ਉਸ ਤੋਂ ਬਾਅਦ ਦੱਸਦੇ ਆ ਕਿ ਜਦ ਸੰਨ 47 ਦੇ ਰੌਲੇ ਪਏ ਅਤੇ ਉਹ ਮੈਜਿਸਟਰੇਟ ਲੱਗੇ ਸੀਗੇ। ਸੋ ਜਦੋਂ ਧੰਨਾ ਸਿੰਘ ਜਿਹੜੇ ਮੈਜਿਸਟਰੇਟ ਲੱਗੇ ਸੀਗੇ ਉਸ ਟਾਈਮ ਉਹਨਾਂ ਨੂੰ ਫਿਰ ਸਰਕਾਰੀ ਸਿਕਿਉਰਿਟੀ ਮਿਲੀ ਸੀ। ਇਹ ਸਰਕਾਰੀ ਸਿਕਿਉਰਿਟੀ ਦੇ ਨਾਲ ਉਹਦਾ ਪਰਿਵਾਰ ਜਿਹੜਾ ਸੀਗਾ ਫਿਰ ਇੱਥੇ ਅੰਮ੍ਰਿਤਸਰ ਪਹੁੰਚ ਗਿਆ ਸੀਗਾ। ਜਦ ਉਹ ਅੰਮ੍ਰਿਤਸਰ ਪਹੁੰਚਿਆ ਸੀਗਾ ਉਸ ਤੋਂ ਬਾਅਦ ਫਿਰ ਇਸੇ ਮੈਜਿਸਟਰੇਟ ਨੂੰ ਜਿਹੜਾ ਸੀ ਉਹ ਯਾਦ ਆਇਆ ਕਿ ਭਾਈ ਮੇਰੀ ਇੱਕ ਫੋਟੋ ਜਿਹੜੀ ਬਾਬਾ ਨੰਦ ਸਿੰਘ ਹੁਣਾਂ ਨੇ ਧੰਨ ਗੁਰੂ ਨਾਨਕ ਸਾਹਿਬ ਮਹਾਰਾਜ ਦਿੱਤੀ ਸੀ ਉਹ ਤਾਂ ਉੱਥੇ ਪਾਕਿਸਤਾਨ ਪੁਰਾਣੇ ਘਰ ਰਹਿ ਗਈ ਆ। ਸੋ ਇਹ ਜਿਹੜੀ ਫੋਟੋ ਲਿਆਉਣੀ ਬੜੀ ਜ਼ਰੂਰੀ ਆ। ਉਸ ਤੋਂ ਬਾਅਦ ਜਦ ਫਿਰ ਇਹ ਜਿਹੜਾ ਮੈਜਿਸਟਰੇਟ ਸੀ ਦੁਬਾਰਾ ਸਿਕਿਉਰਿਟੀ ਦੇ ਨਾਲ ਉੱਥੇ ਗਿਆ ਸੀਗਾ, ਅਤੇ ਉਹਨੇ ਕੀ ਦੇਖਿਆ ਕਿ ਆਲੇ ਦੁਆਲੇ ਜਿੰਨੇ ਵੀ ਜਿਹੜੇ ਸਿੱਖਾਂ ਦੇ ਘਰ ਸੀ ਜਾਂ ਹਿੰਦੂਆਂ ਦੇ ਘਰ ਸੀ ਪੂਰੀ ਤਰ੍ਹਾਂ ਤਬਾਹ ਹੋਏ ਸੀ। ਪਰ ਇਹ ਜਿਹੜਾ ਮੈਜਿਸਟਰੇਟ ਦਾ ਘਰ ਸੀ, ਇਸ ਘਰ ਦੇ ਵਿੱਚ ਕਿਸੇ ਨੇ ਵੀ ਉਂਗਲ ਚੱਕ ਕੇ ਉਸ ਘਰ ਵੱਲ ਬੁਰੀ ਨਜ਼ਰ ਦੇ ਨਾਲ ਨਹੀਂ ਤੱਕਿਆ। ਜਿਸ ਤਰ੍ਹਾਂ ਦਾ ਇਹ ਘਰ ਛੱਡ ਕੇ ਅਸੀਂ ਉਸੇ ਤਰ੍ਹਾਂ ਦਾ ਘਰ ਉਸੇ ਤਰ੍ਹਾਂ ਭਰਿਆ ਪਿਆ ਸੀ, ਅਤੇ ਉਹ ਫੋਟੋ ਵੀ ਉਸੇ ਤਰ੍ਹਾਂ ਪਲੰਗ ਦੇ ਉੱਤੇ ਪਈ ਸੀ। ਸੋ ਜਦ ਇਹ ਜਿਹੜਾ ਸੀਗਾ ਪ੍ਰਤੱਖ ਜੋ ਕਲਾ ਬਾਬਾ ਨੰਦ ਸਿੰਘ ਹੁਣਾਂ ਦੀ ਇਸ ਘਰ ਦੀ ਰਾਖੀ ਵਾਸਤੇ ਉਸ ਮੈਜਿਸਟਰੇਟ ਨੇ ਦੇਖੀ ਸੀ, ਤਾਂ ਉਹ ਆਪਣੇ ਮੂੰਹੋਂ ਫਿਰ ਧੰਨ ਬਾਬਾ ਨੰਦ ਸਿੰਘ ਧੰਨ ਬਾਬਾ ਨੰਦ ਸਿੰਘ ਕਹਿੰਦਾ ਨਹੀਂ ਸੀ ਥੱਕਦਾ। ਫਿਰ ਉਹ ਜਿਹੜਾ ਮੈਜਿਸਟਰੇਟ ਸੀ ਉਹ ਫੋਟੋ ਫਿਰ ਉਹ ਪਾਕਿਸਤਾਨ ਆਪਣੇ ਪੁਰਾਣੇ ਘਰੋਂ ਲੈ ਕੇ ਆਇਆ ਸੀ। ਸੋ ਇਹ ਹੈ ਬਾਬਾ ਨੰਦ ਸਿੰਘ ਹੁਣਾਂ ਦੀਆਂ ਵਡਿਆਈਆਂ। ਇਸ ਤਰ੍ਹਾਂ ਦੱਸਦੇ ਆ ਕਿ ਜਦੋਂ ਸਰਦਾਰ ਨੱਥਾ ਸਿੰਘ ਹੁਣਾਂ ਨੇ ਨਾ ਬਾਬਾ ਨੰਦ ਸਿੰਘ ਨੂੰ ਦੱਸਿਆ ਸੀਗਾ ਕਿ ਜਗਰਾਉਂ ਵਾਲੇ ਭਗਤ ਸਿੰਘ ਜਿਹੜਾ ਬੜੀ ਸੁੰਦਰ ਫੋਟੋ ਬਣਾਉਂਦਾ। ਸੋ ਜਦੋਂ ਭਗਤ ਸਿੰਘ ਵੀ ਜਿਹੜਾ ਸੀ ਉਹ ਫੋਟੋ ਲੈ ਕੇ ਬਾਬਾ ਨੰਦ ਸਿੰਘ ਹੁਣਾਂ ਦੇ ਪਾਸ ਧੰਨ ਗੁਰੂ ਨਾਨਕ ਸਾਹਿਬ ਮਹਾਰਾਜ ਦੀ ਲੈ ਕੇ ਆਇਆ ਸੀਗਾ, ਅਤੇ ਪਰ ਭਗਤ ਸਿੰਘ ਦੇ ਮਨ ਦੇ ਵਿੱਚ ਬੜੀ ਹਉਮੈ ਸੀਗੀ ਕਿ ਮੇਰੇ ਵਰਗਾ ਚਿੱਤਰਕਾਰ ਕੋਈ ਨਹੀਂ ਹੈ, ਜਿਹੜੀ ਫੋਟੋ ਮੈਂ ਸੋਹਣੀ ਬਣਾਉਂਦਾ ਹੈਗਾ ਉਸ ਨੂੰ ਕੋਈ ਨਿੰਦ ਨਹੀਂ ਸਕਦਾ। ਪਰ ਇਸੇ ਹਉਮੈ ਹੰਕਾਰ ਦੇ ਵਿੱਚ ਜਦ ਭਗਤ ਸਿੰਘ ਨੇ ਬਾਬਾ ਨਾਨਕ ਜੀ ਦਾ ਫੋਟੋ ਬਾਬਾ ਨੰਦ ਸਿੰਘ ਹੁਣਾਂ ਨੂੰ ਭੇਟਾ ਕੀਤਾ, ਅਤੇ ਫਿਰ ਜਦ ਬਾਬਾ ਨੰਦ ਸਿੰਘ ਹੁਣਾਂ ਨੇ ਉਹ ਫੋਟੋ ਆਪਣੇ ਨੇਤਰਾਂ ਨਾਲ ਤੱਕਦੇ ਸਾਰੀ ਫਿਰ ਭਗਤ ਸਿੰਘ ਨੂੰ ਕਹਿਣ ਲੱਗੇ, ਕਹਿੰਦੇ ਵੀ ਆਹ ਫੋਟੋ ਗੁਰੂ ਨਾਨਕ ਸਾਹਿਬ ਦਾ ਹੈ, ਤੈਨੂੰ ਕਿਹਨੇ ਕਿਹਾ ਹੈਗਾ ਕਿ ਗੁਰੂ ਨਾਨਕ ਸਾਹਿਬ ਇਸ ਤਰ੍ਹਾਂ ਦੇ ਆ। ਉਹ ਫੋਟੋ ਜਿਹੜੀ ਸੀ ਉਹ ਭਗਤ ਸਿੰਘ ਦੀ ਜੋ ਪਹਿਲੀ ਦਿੱਤੀ ਸੀ ਉਹ ਬਾਬਾ ਨੰਦ ਸਿੰਘ ਹੁਣਾਂ ਨੇ ਮਨਜ਼ੂਰ ਨਹੀਂ ਸੀ ਕੀਤੀ। ਫਿਰ ਦੇਖੋ ਭਗਤ ਸਿੰਘ ਦਾ ਤਾਂ ਅੱਧਾ ਜਿਹੜਾ ਮਾਣ ਹੰਕਾਰ ਸੀ ਉੱਥੇ ਚਕਨਾਚੂਰ ਹੋ ਗਿਆ ਸੰਗਤ ਦੇ ਸਾਹਮਣੇ, ਕਿਉਂ ਉਹਨੂੰ ਮਾਣ ਸੀਗਾ ਕਿ ਮੇਰੀ ਫੋਟੋ ਬਣਾਈ ਹੋਈ ਨੂੰ ਕੋਈ ਨਿੰਦ ਨਹੀਂ ਸਕਦਾ। ਪਰ ਬਾਬਾ ਜੀ ਨੇ ਉਹ ਫੋਟੋ ਮਨਜ਼ੂਰ ਨਹੀਂ ਕੀਤੀ। ਉਸ ਤੋਂ ਬਾਅਦ ਫਿਰ ਭਗਤ ਸਿੰਘ ਹੁਣਾਂ ਨੇ ਦੂਸਰਾ ਫੋਟੋ ਧੰਨ ਗੁਰੂ ਨਾਨਕ ਸਾਹਿਬ ਮਹਾਰਾਜ ਦਾ ਜਿਹੜਾ ਸੀ ਉਹ ਬਣਾਇਆ। ਜਦੋਂ ਉਹ ਭੇਟ ਕੀਤਾ ਉਹ ਵੀ ਬਾਬਾ ਨੰਦ ਸਿੰਘ ਹੁਣਾਂ ਨੇ ਮਨਜ਼ੂਰ ਨਹੀਂ ਕੀਤਾ। ਫਿਰ ਭਗਤ ਸਿੰਘ ਹੁਣਾਂ ਦੇ ਮਨ ਦੇ ਵਿੱਚ ਆ ਗਿਆ ਕਿ ਬਾਕੀ ਮੈਨੂੰ ਆਪਣੀ ਕਲਾ 'ਤੇ ਬੜਾ ਮਾਣ ਸੀਗਾ, ਪਰ ਇਹ ਮਾਣ ਹੰਕਾਰ ਮਹਾਂਪੁਰਖਾਂ ਨੂੰ ਨਹੀਂ ਪਾਉਂਦਾ। ਇਸ ਕਰਕੇ ਉਹ ਆਪ ਹੀ ਹੈ ਨਾ ਭਗਤ ਸਿੰਘ ਜਿਹੜੇ ਸੀ ਬਾਬਾ ਨੰਦ ਸਿੰਘ ਹੁਣਾਂ ਦੇ ਚਰਨਾਂ 'ਚ ਆ ਗਏ। ਕਹਿਣ ਲੱਗੇ ਬਾਬਾ ਜੀ ਵੀ ਤੁਸੀਂ ਮੈਨੂੰ ਦੱਸੋ ਕਿਹੋ ਜਿਹਾ ਫੋਟੋ ਬਣਾਈਏ, ਕਿਉਂਕਿ ਮੇਰੇ ਕੋਲ ਤਾਂ ਫੋਟੋ ਬਣਦੀ ਨਹੀਂ ਆ। ਜਦ ਇੰਨੀ ਗੱਲ ਹੋਈ ਤਾਂ ਬਾਬਾ ਜੀ ਕਹਿਣ ਲੱਗੇ ਚੱਲ ਇਸ ਤਰ੍ਹਾਂ ਕਰ, ਕੱਲ੍ਹ ਸਵੇਰੇ ਕੇਸੀ ਇਸ਼ਨਾਨ ਕਰਕੇ ਸਾਡੇ ਪਾਸ ਆਈ। ਫਿਰ ਦੇਖੋ ਇਹ ਭਗਤ ਸਿੰਘ ਜਿਹੜਾ ਸੀਗਾ ਕੇਸੀ ਇਸ਼ਨਾਨ ਕਰਕੇ ਬਾਬਾ ਜੀ ਦੇ ਪਾਸ ਆਇਆ ਸੀ, ਅਤੇ ਉਸ ਟਾਈਮ ਆਪ ਸੰਗਤਾਂ ਜਾਣਦੀਆਂ ਕਿ ਬਾਬਾ ਜੀ ਜਿਹੜੇ ਸੀ 2 ਆਸਣ ਜਿਹੜੇ ਆਪਣੇ ਭੋਰੇ ਦੇ ਵਿੱਚ ਲਾਉਂਦੇ ਹੁੰਦੇ ਸੀਗੇ।
ਇੱਕ ਆਸਣ ਜਿਹੜਾ ਸੀ ਉੱਚਾ ਰੱਖਦੇ ਹੁੰਦੇ ਸੀ, ਅਤੇ ਜਿਸ ਆਸਣ ਦੇ ਆਪ ਬੈਠੇ ਹੁੰਦੇ ਸੀ ਨੀਵਾਂ ਰੱਖਦੇ ਹੁੰਦੇ ਸੀ। ਅਤੇ ਜਿਹੜਾ ਉੱਚਾ ਆਸਣ ਸੀ ਉਹਦੇ ਉੱਤੇ ਭਾਵਨਾ ਰੱਖ ਕੇ ਧੰਨ ਗੁਰੂ ਨਾਨਕ ਸਾਹਿਬ ਮਹਾਰਾਜ ਦੇ ਪ੍ਰਤੱਖ ਦਰਸ਼ਨ ਬਾਬਾ ਨੰਦ ਸਿੰਘ ਹੁਣੀ ਰੋਜ਼ਾਨਾ ਕਰਦੇ ਹੁੰਦੇ ਸੀ। ਸੋ ਉਸ ਟਾਈਮ ਆਪਣੇ ਆਸਣ ਦੇ ਨਾਲ ਫਿਰ ਜਿਹੜਾ ਸੀਗਾ ਭਗਤ ਸਿੰਘ ਨੂੰ ਬਿਠਾਲ ਕੇ ਕਹਿਣ ਲੱਗੇ, ਕਹਿੰਦੇ ਦੇਖ ਭਾਈ ਤੂੰ ਕੇਸੀ ਇਸ਼ਨਾਨ ਕਰ ਲਿਆ? ਭਗਤ ਸਿੰਘ ਕਹਿੰਦਾ ਹਾਂਜੀ ਜੀ ਅੱਜ ਮੈਂ ਕੇਸੀ ਇਸ਼ਨਾਨ ਕਰਕੇ ਆਇਆ। ਅਤੇ ਫਿਰ ਬਾਬਾ ਨੰਦ ਸਿੰਘ ਹੁਣੀ ਕਹਿੰਦੇ ਹੁਣ ਤੂੰ ਇੱਕ ਪਾਠ ਸੁਖਮਨੀ ਸਾਹਿਬ ਦਾ ਪ੍ਰੀਤ ਨਾ ਕਰ। ਫਿਰ ਭਗਤ ਸਿੰਘ ਹੁਣਾਂ ਨੇ ਇੱਕ ਪਾਠ ਸੁਖਮਨੀ ਸਾਹਿਬ ਦਾ ਪ੍ਰੀਤਨਾ ਕੀਤਾ। ਪ੍ਰੀਤਨਾ ਕਰਨ ਤੋਂ ਬਾਅਦ ਫਿਰ ਬਾਬਾ ਨੰਦ ਸਿੰਘ ਹੁਣਾਂ ਨੇ ਕਿਹਾ, ਕਹਿੰਦੇ ਦੇਖ ਸਾਹਮਣੇ ਜੋ ਮੂੜੇ 'ਤੇ ਤੈਨੂੰ ਧੰਨ ਗੁਰੂ ਨਾਨਕ ਸਾਹਿਬ ਮਹਾਰਾਜ ਨਜ਼ਰ ਆਉਣਗੇ ਬਸ ਉੱਦਾਂ ਦਾ ਫੋਟੋ ਬਣਾਉਣਾ ਹੈਗਾ। ਜਦ ਫਿਰ ਇਹ ਗੱਲ ਜਿਹੜੀ ਸੀ ਬਾਬਾ ਨੰਦ ਸਿੰਘ ਹੁਣਾਂ ਨੇ ਆਖੀ ਸੀ, ਫਿਰ ਭਗਤ ਸਿੰਘ ਹੱਕਾ ਬੱਕਾ ਹੋ ਗਿਆ ਸੀਗਾ। ਪਰ ਜਦ ਮੂੜੇ ਦੇ ਉੱਤੇ ਉਸ ਤੇਜ ਪ੍ਰਕਾਸ਼ ਦੇ ਵਿੱਚ ਧੰਨ ਗੁਰੂ ਨਾਨਕ ਸਾਹਿਬ ਮਹਾਰਾਜ ਦੇ ਦਰਸ਼ਨ ਭਗਤ ਸਿੰਘ ਨੇ ਕੀਤੇ ਸੀ, ਤਾਂ ਉਹ ਕਹਿਣ ਲੱਗਾ ਜੀ ਮੈਨੂੰ ਤਾਂ ਇਹ ਦਰਸ਼ਨ ਜਿਹੜੇ ਆ ਮੈਂ ਤਾਂ ਭੁੱਲ ਗਏ ਆ, ਮੇਰੇ ਤਾਂ ਜੇਨ 'ਚ ਹੀ ਰਹਿਣੀ ਸੀ। ਅਤੇ ਫਿਰ ਬਾਬਾ ਨੰਦ ਸਿੰਘ ਹੁਣਾਂ ਨੇ ਆਖਿਆ ਸੀ ਕਿ ਜਦ ਤੱਕ ਤੇਰਾ ਫੋਟੋ ਕੰਪਲੀਟ ਨਹੀਂ ਹੁੰਦਾ ਤੂੰ ਇੱਕ ਨਜ਼ਰ ਮਾਰ ਕੇ ਜਦ ਮੂੜੇ ਵੱਲ ਤੱਕੂੰਗਾ ਅਤੇ ਫਿਰ ਤੂੰ ਫੋਟੋ ਬਣਾਊਂਗਾ। ਬਾਬਾ ਨੰਦ ਸਿੰਘ ਹੁਣੀ ਕਹਿੰਦੇ ਸੀ ਧੰਨ ਗੁਰੂ ਨਾਨਕ ਸਾਹਿਬ ਮਹਾਰਾਜ ਤੈਨੂੰ ਇੱਥੇ ਹੀ ਬੈਠੇ ਜਿਹੜੇ ਸੀ ਪ੍ਰਤੱਖ ਦਰਸ਼ਨ ਦਿੰਦੇ ਰਹਿਣਗੇ। ਉਸ ਤੋਂ ਬਾਅਦ ਫਿਰ ਇਹ ਜਿਹੜੀ ਫੋਟੋ ਸੀ ਪਹਿਲੀ ਇਹ ਭਗਤ ਸਿੰਘ ਹੁਣਾਂ ਨੇ ਬਣਾਈ ਸੀ, ਪਰ ਫਿਰ ਵੀ ਉਹ ਜਿਹੜਾ ਚਿਹਰਾ ਸੀ ਨਾ ਧੰਨ ਗੁਰੂ ਨਾਨਕ ਸਾਹਿਬ ਮਹਾਰਾਜ ਦਾ ਉਹ ਨਹੀਂ ਸੀ ਬਣਿਆ। ਅਤੇ ਬਾਬਾ ਨੰਦ ਸਿੰਘ ਹੁਣਾਂ ਨੇ ਆਖਿਆ ਸੀ, ਕਹਿੰਦੇ ਭਾਈ ਚਿਹਰਾ ਨਹੀਂ ਬਣ ਸਕਦਾ, ਬਾਕੀ ਠੀਕ ਆ ਕਿ ਜੇ ਤੂੰ ਥੋੜ੍ਹੀ ਬਹੁਤੀ ਨਕਲ ਕੀਤੀ ਆ ਉਹਦੇ ਉੱਤੇ ਅਸੀਂ ਖੁਸ਼ ਹਾਂ ਵੀ ਤੈਂ ਆਪਣੇ ਚਿੱਤੋਂ ਕੁਛ ਨਾ ਕੁਛ ਮਿਹਨਤ ਕਰਕੇ ਇਹ ਫੋਟੋ ਸੰਗਤ ਦੇ ਦਰਸ਼ਨਾਂ ਵਾਸਤੇ ਤਿਆਰ ਕੀਤੀ ਆ। ਇਸ ਤਰ੍ਹਾਂ ਹੈ ਨਾ ਇੱਕ ਕਲੇਰੀ ਜਦੋਂ ਮਹਾਂਪੁਰਖ ਰਹਿੰਦੇ ਹੁੰਦੇ ਸੀ ਅਤੇ ਬਾਬਾ ਜੀ ਜਿਹੜੇ ਹਨ ਸ਼ੇਰਪੁਰੇ ਦਾ ਇੱਕ ਜ਼ਿਮੀਂਦਾਰ ਸੀ, ਉਸ ਜ਼ਿਮੀਂਦਾਰ ਦੇ ਨਾਂ ਦੇ ਉੱਤੇ ਹੈ ਨਾ ਘੱਟੋ ਘੱਟ 150 ਰੁਪਏ ਦਾ ਕਰਜ਼ਾ ਸੀ। ਅਤੇ ਉਹ ਜ਼ਿਮੀਂਦਾਰ ਦਾ ਨਾਂ ਸੀ ਦਲੀਪ ਸਿੰਘ। ਇਹ ਜਿਹੜਾ ਦਲੀਪ ਸਿੰਘ ਸੀਗਾ ਇਹ ਬਾਬਾ ਜੀ ਦੇ ਪਾਸ ਇੱਕ ਵਾਰੀ ਹੈ ਨਾ ਰਜੋਈ ਲੈ ਕੇ ਆਇਆ। ਰਜੋਈ ਲੈ ਕੇ ਬਾਬਾ ਜੀ ਨੂੰ ਕਹਿਣ ਲੱਗੇ ਕਿ ਮਹਾਂਪੁਰਖੋ ਤੁਸੀਂ ਤਾਂ ਸਾਡੇ ਇਲਾਕੇ ਦੇ ਆ ਅਤੇ ਮੇਰੇ ਸਿਰ ਦੇ ਉੱਤੇ 150 ਰੁਪਏ ਕਰਜ਼ਾ ਚੜ੍ਹ ਗਿਆ ਹੈ, ਤੁਸੀਂ ਕਿਰਪਾ ਕਰੋ ਵੀ ਮੇਰਾ ਕਰਜ਼ਾ ਕਿਸੇ ਤਰ੍ਹਾਂ ਉਤਰ ਜਾਵੇ। ਜਦ ਇੰਨੀ ਗੱਲ ਹੋਈ ਤਾਂ ਫਿਰ ਬਾਬਾ ਨੰਦ ਸਿੰਘ ਹੁਣਾਂ ਦਲੀਪ ਸਿੰਘ ਨੂੰ ਆਖਿਆ, ਕਹਿੰਦੇ ਦਲੀਪ ਸਿੰਘ ਜੇ ਅਸੀਂ ਇੱਥੋਂ ਸ਼ੇਰਪੁਰ ਤੁਰ ਪਏ ਹੈ ਨਾ ਅਤੇ ਫਿਰ ਜਿੱਦਣ ਮੂੰਹ ਚੱਕ ਕੇ ਤੁਰੇ ਆ ਫਿਰ ਤੁਰੇ ਹੀ ਰਹਾਂਗੇ। ਜਦ ਇੰਨੀ ਗੱਲ ਹੋਈ ਤਾਂ ਫਿਰ ਉਹ ਜਿਹੜਾ ਦਲੀਪ ਸਿੰਘ ਮਨੋਂ ਡਰ ਗਿਆ। ਕਹਿੰਦੇ ਬਾਬਾ ਜੀ ਵੀ ਤੁਸੀਂ ਇਸ ਤਰ੍ਹਾਂ ਨਾ ਕਰਿਓ, ਕਿਉਂ ਅਗਰ ਤੁਸੀਂ ਤੁਰ ਪਏ ਤਾਂ ਫਿਰ ਪਿੱਛੋਂ ਸਥਾਨ ਕੌਣ ਸਾਂਭੂਗਾ। ਜਦ ਇੰਨੀ ਗੱਲ ਹੋਈ ਤਾਂ ਫਿਰ ਬਾਬਾ ਜੀ ਚੁੱਪ ਕਰ ਗਿਆ। ਪਰ ਇੱਕ ਵਾਰ ਬਾਬਾ ਨੰਦ ਸਿੰਘ ਹੁਣਾਂ ਦੇ ਮਨ ਦੇ ਵਿੱਚ ਮੌਜ ਆਈ ਅਤੇ ਬਾਬਾ ਨੰਦ ਸਿੰਘ ਹੁਣੀ ਜਿਹੜੇ ਸੀ ਨਾ ਕੁਛ ਪ੍ਰੇਮੀਆਂ ਨੂੰ ਨਾਲ ਲੈ ਕੇ ਸਿੱਧੇ ਹੀ ਇਸ ਪਿੰਡ ਵੱਲ ਤੁਰ ਪਏ। ਜਦ ਸ਼ੇਰਪੁਰੇ ਪਹੁੰਚੇ ਜਦ ਸੰਗਤ ਨੇ ਦੇਖਿਆ ਵੀ ਬਾਬਾ ਨੰਦ ਸਿੰਘ ਹੁਣੀ ਆਈ ਆ ਅਤੇ ਸੰਗਤ ਦੇ ਵਿੱਚ ਬੜੀ ਖੁਸ਼ੀ ਹੋਈ। ਸੰਗਤ ਨੇ ਉਸ ਟਾਈਮ ਜਿਹੜਾ ਸੀਗਾ ਉਹ ਪ੍ਰਬੰਧ ਕਰ ਲਿਆ, ਲੰਗਰ ਪਾਣੀ ਸਾਰਾ ਜਿਹੜਾ ਸੀਗਾ ਉਹ ਤਿਆਰ ਹੋਣ ਲੱਗ ਪਿਆ। ਜਦ ਹੋਣ ਲੱਗ ਪਿਆ ਤਾਂ ਕਿਸੇ ਨੇ ਹੈ ਨਾ ਜਿਹੜਾ ਸੁਨੇਹਾ ਸੀਗਾ ਦਲੀਪ ਸਿੰਘ ਨੂੰ ਭੇਜਿਆ ਕਿ ਬਾਬਾ ਨੰਦ ਸਿੰਘ ਸ਼ੇਰਪੁਰੇ ਆ ਕੇ ਦਰਸ਼ਨ ਕਰ ਲਾ। ਜਦ ਇੰਨੀ ਗੱਲ ਹੋਈ ਤਾਂ ਦਲੀਪ ਸਿੰਘ ਉਹਨਾਂ ਟਾਈਮਾਂ ਦੇ ਵਿੱਚ ਖੇਤਾਂ 'ਚ ਸੀਗਾ ਅਤੇ ਇਹਨੇ ਹੈ ਨਾ ਛੱਲੀਆਂ ਬੀਜੀਆਂ ਸੀਗੀਆਂ ਅਤੇ ਛੱਲੀਆਂ ਦੇ ਨਾਲ ਕੁਛ ਦਿਹਾੜੀ ਕੰਮ ਜਿਹੜੇ ਸੀ ਛੱਲੀਆਂ ਕੱਢਣ 'ਤੇ ਲਾਏ ਸੀ। ਅਤੇ ਜਦੋਂ ਉਹਨੇ ਸੁਨੇਹਾ ਪਹੁੰਚਿਆ ਅਤੇ ਦਲੀਪ ਸਿੰਘ ਜਿਹੜਾ ਸੀਗਾ ਉਹ ਸੁਨੇਹੇਦਾਰ ਸਿੱਖ ਨੂੰ ਕਹਿਣ ਲੱਗਾ, ਕਹਿੰਦਾ ਭਾਈ ਅੱਜ ਦਾ ਦਿਨ ਤਾਂ ਮੈਂ ਸਾਰੇ ਜਿਹੜੇ ਆ ਉਹ ਕੰਮੇ ਛੱਲੀਆਂ ਕੱਢਣ ਵਾਸਤੇ ਲਾਏ ਆ ਅਤੇ ਅੱਜ ਹੀ ਬਾਬਾ ਨੰਦ ਸਿੰਘ ਹੁਣਾਂ ਨੇ ਸ਼ੇਰਪੁਰੇ ਆਉਣਾ ਸੀਗਾ। ਉਸ ਤੋਂ ਬਾਅਦ ਫਿਰ ਕਹਿਣ ਲੱਗੇ, ਕਹਿੰਦੇ ਭਾਈ ਤੂੰ ਆ ਕੇ ਦਰਸ਼ਨ ਕਰ ਲੈ। ਕਹਿੰਦਾ ਦਰਸ਼ਨ ਕੀ ਕਰਨੇ ਆ, ਬਾਬਾ ਨੰਦ ਸਿੰਘ ਹੁਣਾਂ ਨੇ ਕਿਹੜਾ ਸਾਡੇ ਖੇਤ ਦੇ ਵਿੱਚ ਸਾਡੇ ਨਾਲ ਛੱਲੀਆਂ ਕਢਾਉਣੀਆਂ ਹੈਗੀਆਂ। ਜਦ ਇਸ ਤਰ੍ਹਾਂ ਦੀ ਥੋੜ੍ਹੀ ਜਿਹੀ ਤਰਕ ਜਿਹੀ ਕੀਤੀ ਉਹ ਸਿੰਘ ਜਿਹੜਾ ਸੀ ਵਾਪਸ ਆ ਗਿਆ। ਜਦ ਵਾਪਸ ਆ ਗਿਆ ਇੱਧਰੋਂ ਤਾਰ ਬਾਬਾ ਨੰਦ ਸਿੰਘ ਹੁਣਾਂ ਦੇ ਅੰਦਰ ਖੜ੍ਹ ਕੇ ਬਾਬਾ ਨੰਦ ਸਿੰਘ ਹੁਣੀ ਸਿੱਧੇ ਜਿਹੜੇ ਸੀਗੇ ਉਸ ਦਲੀਪ ਸਿੰਘ ਦੇ ਹੈ ਨਾ ਖੇਤਾਂ 'ਚ ਚੱਲ ਗਏ। ਜਦ ਦਲੀਪ ਸਿੰਘ ਦੇ ਖੇਤਾਂ 'ਚ ਚੱਲ ਗਏ, ਜਿਉਂ ਹੀ ਦਲੀਪ ਸਿੰਘ ਨੇ ਬਾਬਾ ਨੰਦ ਸਿੰਘ ਹੁਣਾਂ ਨੂੰ ਆਪਣੇ ਖੇਤਾਂ ਦੇ ਵਿੱਚ ਆਉਂਦਾ ਦੇਖਿਆ, ਦਲੀਪ ਸਿੰਘ ਜਿਹੜਾ ਸੀਗਾ ਉਹ ਕੰਬਣ ਲੱਗ ਪਿਆ, ਕੰਮ ਤਾਂ ਖਰਾਬ ਹੋ ਗਿਆ ਅਤੇ ਮੈਂ ਕੀ ਬਚਨ ਕਰ ਬੈਠਾ ਹਾਂ। ਤਾਂ ਬਾਬਾ ਨੰਦ ਸਿੰਘ ਹੁਣੀ ਤਾਂ ਮੇਰੇ ਖੇਤਾਂ ਵਿੱਚ ਵੀ ਆ ਗਿਆ। ਉਸ ਤੋਂ ਬਾਅਦ ਜਿੱਥੇ ਛੱਲੀਆਂ ਦਾ ਢੇਰ ਲੱਗਾ ਸੀ ਬਾਬਾ ਨੰਦ ਸਿੰਘ ਹੁਣੀ ਨੇ ਉਸ ਛੱਲੀਆਂ ਦੇ ਢੇਰ 'ਤੇ ਬੈਠ ਕੇ ਆਉਂਦੇ ਕਹਿਣ ਲੱਗੇ ਦਲੀਪ ਸਿੰਘ ਨੂੰ, ਕਹਿੰਦੇ ਲਿਆ ਬਈ ਤੇਰੀਆਂ ਅਸੀਂ ਹੈ ਨਾ ਛੱਲੀਆਂ ਕਢਾਉਂਦੇ ਹਾਂ। ਜਦ ਇੰਨੀ ਗੱਲ ਹੋਈ ਤਾਂ ਦਲੀਪ ਸਿੰਘ ਜਿਹੜਾ ਸੀ ਬਾਬਾ ਨੰਦ ਸਿੰਘ ਦੇ ਪੈਰਾਂ 'ਚ ਡਿੱਗ ਪਿਆ, ਕਹਿਣ ਲੱਗਾ ਮਹਾਂਪੁਰਖੋ ਮੇਰੇ ਤੋਂ ਬੜੀ ਗਲਤੀ ਹੋ ਗਈ ਆ, ਮੇਰੇ ਮੂੰਹੋਂ ਕਿਹੋ ਜਿਹੇ ਬਚਨ ਨਿਕਲ ਕੇ ਮੈਨੂੰ ਤਾਂ ਇਹ ਕਰਨੇ ਨਹੀਂ ਚਾਹੀਦੇ। ਜਦ ਇਸ ਤਰ੍ਹਾਂ ਦੀਆਂ ਜਿਹੜੀ ਸੀ ਗਲਤੀਆਂ ਮੰਨੀਆਂ ਬਾਬਾ ਜੀ ਕਹਿਣ ਲੱਗੇ ਕੋਈ ਗੱਲ ਨਹੀਂ, ਤੈਂ ਤਾਂ ਕਿਹਾ ਸੀਗਾ ਬਾਬੇ ਨੰਦ ਸਿੰਘ ਨੇ ਕਿਹੜੀਆਂ ਸਾਡੀਆਂ ਛੱਲੀਆਂ ਕਢਾਉਣੀਆਂ, ਪਹਿਲਾਂ ਤੇਰੀਆਂ ਛੱਲੀਆਂ ਕੱਢਦੇ ਬਾਕੀ ਕੰਮ ਬਾਅਦ 'ਚ ਕਰਦੇ ਹਾਂ। ਪਰ ਫਿਰ ਦਲੀਪ ਸਿੰਘ ਨੇ ਜਦੋਂ ਜ਼ਿਆਦਾ ਮਿਹਨਤ ਤੇ ਤਰਲੇ ਕੀਤੇ ਫਿਰ ਬਾਬਾ ਨੰਦ ਸਿੰਘ ਜਿਹੜੇ ਸੀ ਚੁੱਪ ਕਰ ਗਏ। ਉਸ ਤੋਂ ਬਾਅਦ ਫਿਰ ਦਲੀਪ ਸਿੰਘ ਦੇ ਘਰੋਂ ਜਿਹੜੀ ਸੀ ਉਹ ਪ੍ਰਸ਼ਾਦਾ ਤਿਆਰ ਕਰਕੇ ਲੈ ਕੇ ਜਦ ਮੱਕੀ ਦੀਆਂ ਰੋਟੀਆਂ ਅਤੇ ਲੱਸੀ ਅਤੇ ਇਹ ਚੀਜ਼ਾਂ ਤਿਆਰ ਕਰਕੇ ਲੈ ਕੇ ਆਈ ਅਤੇ ਬਾਬਾ ਜੀ ਨੂੰ ਕਹਿੰਦੇ ਬਾਬਾ ਜੀ ਥੋੜ੍ਹਾ ਪ੍ਰਸ਼ਾਦਾ ਛਕੋ। ਬਾਬਾ ਨੰਦ ਸਿੰਘ ਕਹਿਣ ਲੱਗੇ ਵੀ ਅਸੀਂ ਪ੍ਰਸ਼ਾਦਾ ਨਹੀਂ ਛਕਣਾ। ਪਰ ਇਹਦੀ ਘਰ ਵਾਲੀ ਨੇ ਬਹੁਤ ਮਿਹਨਤ ਤਰਲੇ ਬਾਬਾ ਜੀ ਦੇ ਕੀਤੇ, ਬੜੀ ਅਧੀਨਤੀ ਦੇ ਨਾਲ ਜਦ ਬੇਨਤੀ ਕੀਤੀ ਬਾਬਾ ਜੀ ਕਹਿਣ ਲੱਗੇ ਚੱਲ ਠੀਕ ਆ, ਅਗਰ ਤੂੰ ਜ਼ਿਆਦਾ ਕਹਿੰਦੀ ਆ ਤਾਂ ਅਸੀਂ ਹੈ ਨਾ ਇੱਕ ਪ੍ਰਸ਼ਾਦਾ ਛਕ ਲੈਂਦੇ। ਫਿਰ ਬਾਬਾ ਨੰਦ ਸਿੰਘ ਨੇ ਇੱਕ ਪ੍ਰਸ਼ਾਦਾ ਛਕਿਆ।
ਪ੍ਰਸ਼ਾਦਾ ਛਕਿਆ। ਉਸ ਤੋਂ ਬਾਅਦ ਫਿਰ ਸੰਗਤ ਨੇ ਜ਼ੋਰ ਦਿੱਤਾ, ਬਾਬਾ ਜੀ ਵੀ ਅਸੀਂ ਤਾਂ ਪਿੱਛੇ ਸ਼ੇਰਪੁਰੇ ਲੰਗਰ ਵੀ ਤਿਆਰ ਕਰ ਲਿਆ ਹੈ। ਫਿਰ ਬਾਬਾ ਨੰਦ ਸਿੰਘ ਹੁਣੀ ਦੁਬਾਰਾ ਵਾਪਸ ਆਏ। ਵਾਪਸ ਆ ਕੇ ਫਿਰ ਸੰਗਤ ਨੂੰ ਕਹਿਣ ਲੱਗੇ, ਚਲੋ ਠੀਕ ਹੈ, ਜਿੰਨੀ ਵੀ ਸੰਗਤ ਹੋਰ ਆਲੇ ਦੁਆਲੇ ਪਿੰਡਾਂ ਤੋਂ ਆਈ ਹੈ ਨਾ, ਸਾਰਿਆਂ ਨੂੰ ਪ੍ਰਸ਼ਾਦਾ ਛਕਾ ਦਿਓ। ਫਿਰ ਉੱਥੇ ਦੇਖੋ ਸਾਰੀ ਸੰਗਤ ਨੂੰ ਜਿਹੜਾ ਸੀਗਾ ਉਹ ਪ੍ਰਸ਼ਾਦਾ ਛਕਾਇਆ ਗਿਆ। ਅਤੇ ਪ੍ਰਸ਼ਾਦਾ ਛਕਾਉਣ ਤੋਂ ਬਾਅਦ ਫਿਰ ਬਾਬਾ ਜੀ ਜਿਹੜੇ ਵਾਪਸ ਸੀਗੇ ਨਾਨਕਸਰ ਕਲੇਰੀ ਆ ਗਏ। ਜਦ ਕਲੇਰੀ ਆਏ ਉਸ ਤੋਂ ਬਾਅਦ ਦੱਸਦੇ ਆ ਕਿ ਦਲੀਪ ਸਿੰਘ ਦੀ ਮੱਕੀ ਦੇ ਖੇਤ ਵਿੱਚੋਂ ਇੰਨੀ ਮੱਕੀ ਨਿਕਲੀ ਸੀ ਕਿ ਉਹਦੀਆਂ ਘਰ ਦੀਆਂ ਜਿਹੜੀਆਂ ਮਿੱਟੀ ਦੀਆਂ ਭੜੋਲੀਆਂ ਦਾਣੇ ਪਾਉਣ ਨੂੰ ਬਣਾਈਆਂ ਸੀ ਉਹ ਵੀ ਥੁੜ ਗਈਆਂ ਸੀਗੀਆਂ। ਉਸ ਤੋਂ ਬਾਅਦ ਫਿਰ ਜਦ ਦੱਸਦੇ ਦਲੀਪ ਸਿੰਘ ਨੇ ਮੱਕੀ ਜਿਹੜੀ ਸੀ ਜਿਹੜੀ ਫਾਲਤੂ ਢੇਰੀ ਦੇ ਵਿੱਚ ਪਈ ਸੀ ਇਹਨਾਂ ਭੜੋਲੀਆਂ ਭਰਨ ਤੋਂ ਬਾਅਦ ਜਦ ਮੱਕੀ ਵੇਚੀ ਸੀ, ਉਹ ਮੱਕੀ ਜਿਹੜੀ ਸੀ ਪੂਰੀ 150 ਰੁਪਏ ਦੀ ਹੋਈ ਸੀ। ਅਤੇ 150 ਰੁਪਏ ਦੀ ਮੱਕੀ ਵੇਚ ਕੇ ਦਲੀਪ ਸਿੰਘ ਦਾ 150 ਰੁਪਏ ਦਾ ਕਰਜ਼ਾ ਉਹਨਾਂ ਟਾਈਮਾਂ 'ਚ ਉਤਰਿਆ ਸੀ। ਫਿਰ ਦਲੀਪ ਸਿੰਘ ਜਿਹੜਾ ਸੀਗਾ ਉਹ ਆਲੇ ਦੁਆਲੇ ਨਗਰਾਂ ਦੇ ਵਿੱਚ ਕਹਿਣੋਂ ਨਹੀਂ ਸੀ ਹਟਦਾ ਕਿ ਬਾਬਾ ਨੰਦ ਸਿੰਘ ਹੁਣੀ ਸ਼ੇਰਪੁਰੇ ਐਵੇਂ ਨਹੀਂ ਆਏ, ਮੇਰਾ ਕਰਜ਼ਾ ਲਾਉਣ ਆਏ ਸੀ। ਸੋ ਇਹ ਜਿਹੜੀਆਂ ਗੱਲਾਂ ਸੀਗੀਆਂ ਇਹ ਭਾਈ ਦਲੀਪ ਸਿੰਘ ਹੁਣੀ ਅਕਸਰ ਜਿਹੜੇ ਸੀ ਉਹ ਸੰਗਤਾਂ ਦੇ ਨਾਲ ਸਾਂਝਾ ਕਰਦੇ ਹੁੰਦੇ ਸੀ। ਇਸ ਤਰ੍ਹਾਂ ਕੀ ਹੋਇਆ ਕਿ ਇੱਕ ਵਾਰੀ ਹੈ ਨਾ ਸ਼ੇਰਪੁਰੋਂ ਇੱਕ ਹੋਰ ਪ੍ਰੇਮੀ ਆਇਆ। ਜਦ ਪ੍ਰੇਮੀ ਆਏ ਉਹਨਾਂ ਨੇ ਆ ਗਿਆ ਨਾ ਬਾਬਾ ਨੰਦ ਸਿੰਘ ਹੁਣਾਂ ਦੇ ਚਰਨਾਂ 'ਚ ਮੱਥਾ ਟੇਕਿਆ। ਮੱਥਾ ਟੇਕ ਕੇ ਕਹਿਣ ਲੱਗੇ, ਬਾਬਾ ਜੀ ਕਿਰਪਾ ਕਰੋ, ਮੇਰੇ ਘਰ ਸੰਤਾਨ ਨੇ, ਮੈਨੂੰ ਇੱਕ ਬੱਚੇ ਦੀ ਦਾਤ ਬਖਸ਼ ਦਿਓ। ਜਦ ਇੰਨੀ ਗੱਲ ਹੋਈ ਤਾਂ ਬਾਬਾ ਜੀ ਨੇ ਉਹਦੇ ਵੱਲ ਤੱਕਿਆ, ਤੱਕ ਕੇ ਕਹਿਣ ਲੱਗੇ, ਕਹਿੰਦੇ ਭਾਈ ਵੀ ਤੈਨੂੰ ਇੱਕ ਹੈ ਨਾ ਸੰਪਟ ਪਾਠ ਅਖੰਡ ਪਾਠ ਸਾਹਿਬ ਕਰਾਉਣਾ ਪਊ। ਜਦ ਇੰਨੀ ਗੱਲ ਹੋਈ ਤਾਂ ਉਹ ਕਹਿੰਦਾ ਜੀ 7 ਵਜੇ ਨੇ। ਇਹ ਕਹਿ ਕੇ ਉਹ ਪ੍ਰੇਮੀ ਜਿਹੜਾ ਸੀ ਉਹ ਵਾਪਸ ਚਲੇ ਗਿਆ। ਵਾਪਸ ਚਲੇ ਗਿਆ। ਦੱਸਦੇ ਉਸ ਪ੍ਰੇਮੀ ਨੇ ਕੋਈ ਬਾਬਾ ਜੀ ਨੇ ਤਰੀਕ ਨਹੀਂ ਪੁੱਛੀ ਵੀ ਖਾਦ ਰਖਾਉਣਾ ਕੀ ਕਰਨਾ। ਉਹਨੇ ਆਪਣੇ ਹਿਸਾਬ ਨਾਲ ਘਰ ਅਖੰਡ ਪਾਠ ਸਾਹਿਬ ਕਰਾ ਕੇ ਅਤੇ ਉਹਦੀ ਜਿਹੜੀ ਦੇਗ ਸੀਗੀ ਉਹ ਜਿਹੜੀ ਸੀ ਉਹ ਵਾਪਸ ਨਾਨਕਸਰ ਘਰੇਲੀ ਲੈ ਕੇ ਆਇਆ। ਜਦ ਲੈ ਕੇ ਆਇਆ ਉਹਨਾਂ ਟਾਈਮਾਂ 'ਚ ਬਾਬਾ ਨੰਦ ਸਿੰਘ ਨਾ ਹਲਟੀ ਦੇ ਉੱਤੇ ਜਿਹੜੇ ਸੀ ਉਹ ਖੜ੍ਹੇ ਸੀਗੇ। ਅਤੇ ਉਸ ਟਾਈਮ ਹਲਟੀ ਜਿਹੜੀ ਸੀ ਉਹਨਾਂ ਟਾਈਮਾਂ ਦੇ ਵਿੱਚ ਉਹ ਇੱਕ ਝੋਟਾ ਹੁੰਦਾ ਸੀ ਬੜਾ ਤਕੜਾ, ਉਹ ਗਾਦੀ ਦੇ ਨਾਲ ਬੰਨਿਆ ਹੁੰਦਾ ਸੀ, ਉਹਦੇ ਨਾਲ ਹਲਟੀ ਉਹ ਚੱਲਦੀ ਹੁੰਦੀ ਸੀ ਪਾਣੀ ਵਾਲੀ। ਜਦੋਂ ਪ੍ਰੇਮੀ ਆਇਆ ਉਹਨੇ ਆ ਕੇ ਬਾਬਾ ਨੰਦ ਸਿੰਘ ਨੂੰ ਮੱਥਾ ਟੇਕਿਆ ਅਤੇ ਅੱਗੇ ਜਾ ਕੇ ਨਾ ਪ੍ਰਸ਼ਾਦ ਰੱਖ ਦਿੱਤਾ। ਜਦ ਪ੍ਰਸ਼ਾਦ ਰੱਖਿਆ ਬਾਬਾ ਨੰਦ ਸਿੰਘ ਕਹਿੰਦੇ ਵੀ ਆਹ ਕੀ ਆ? ਉਹ ਕਹਿਣ ਲੱਗਾ, ਬਾਬਾ ਜੀ ਇਹ ਪ੍ਰਸ਼ਾਦ ਹੈਗਾ। ਜਦ ਇੰਨੀ ਗੱਲ ਹੋਈ ਅਤੇ ਬਾਬਾ ਜੀ ਨੂੰ ਯਾਦ ਆਏਗਾ ਵੀ ਹਾਂ ਵੀ ਇਹ ਪ੍ਰਸ਼ਾਦ ਜਿਹੜਾ ਹੈਗਾ ਇਹ ਮੈਂ ਇਹਨਾਂ ਨੂੰ ਬਚਨ ਦਿੱਤਾ ਸੀ ਬੱਚੇ ਦਾ ਵੀ ਅਖੰਡ ਪਾਠ ਸਾਹਿਬ ਕਰਾਉਣਾ ਹੈਗਾ। ਚਲੋ ਇਹਨੇ ਬਚਨ ਮੰਨ ਕੇ ਅਖੰਡ ਪਾਠ ਸਾਹਿਬ ਕਰਾਤਾ, ਪ੍ਰਸ਼ਾਦ ਲੈ ਆਇਆ ਹੈਗਾ। ਅਤੇ ਬਾਬਾ ਜੀ ਨੂੰ ਜਦੋਂ ਬਚਨ ਯਾਦ ਆਇਆ ਅਤੇ ਬਾਬਾ ਜੀ ਕਹਿਣ ਲੱਗੇ ਚੱਲ ਠੀਕ ਆ ਰੱਖ ਦੇ। ਉਹ ਪ੍ਰੇਮੀ ਨੇ ਦੱਸਦੇ ਵੀ ਪ੍ਰਸ਼ਾਦ ਰੱਖ ਦਿੱਤਾ। ਜਦ ਪ੍ਰਸ਼ਾਦ ਰੱਖਿਆ ਅਤੇ ਬਾਬਾ ਨੰਦ ਸਿੰਘ ਹੁਣਾਂ ਦੇ ਟਾਈਮ ਉਸ ਟਾਈਮ 5-7 ਸਿੰਘ ਹੋਰ ਪ੍ਰੇਮੀ ਸੀ ਜਿਹੜੇ ਬਹੁਤ ਕਰੀਬੀ ਸੀ। ਅਤੇ ਬਾਬਾ ਜੀ ਉਹਨਾਂ ਵੱਲੋਂ ਮੁਖਾਤਰ ਹੋ ਕੇ ਕਹਿਣ ਲੱਗੇ, ਕਹਿੰਦੇ ਦੇਖੋ ਭਾਈ ਵੀ ਇਸ ਬੰਦੇ ਦੇ ਸੰਤਾਨ ਨਹੀਂ ਹੈਗੀ, ਇਹਨੂੰ ਅਸੀਂ ਅਖੰਡ ਪਾਠ ਸਾਹਿਬ ਦਾ ਕਿਹਾ ਸੀਗਾ, ਅਖੰਡ ਪਾਠ ਸਾਹਿਬ ਕਰਾ ਕੇ ਦੇਗ ਲੈ ਕੇ ਆਇਆ ਹੈਗਾ। ਅਤੇ ਹੁਣ ਅਗਰ ਤੁਹਾਡੇ ਵਿੱਚੋਂ ਕੋਈ ਪ੍ਰੇਮੀ ਇਹਦੇ ਘਰ ਜਾਣਾ ਚਾਹੁੰਦਾ ਤਾਂ ਦੱਸੋ। ਜਦ ਇੰਨੀ ਗੱਲ ਹੋਈ ਉਹ 5-7 ਜਿਹੜੇ ਸਿੰਘ ਸੀਗੇ ਉਹ ਅੰਦਰੋਂ ਅੰਦਰ ਹੀ ਡਰ ਗਏ। ਡਰ ਕੇ ਹੱਥ ਜੋੜ ਕੇ ਕਹਿਣਗੇ, ਬਾਬਾ ਜੀ ਵੀ ਅਸੀਂ ਤਾਂ ਇਹਦੇ ਘਰ ਨਹੀਂ ਜਾਣਾ। ਜਦ ਇੰਨੀ ਗੱਲ ਹੋਈ ਤਾਂ ਬਾਬਾ ਜੀ ਹੱਸ ਪਏ, ਕਹਿੰਦੇ ਕਿਸੇ ਨੇ ਨਹੀਂ ਜਾਣਾ? ਸਾਰੇ ਕਹਿੰਦੇ ਨਹੀਂ ਬਾਬਾ ਜੀ ਅਸੀਂ ਤਾਂ ਆਪਦੇ ਚਰਨਾਂ 'ਚ ਰਹਾਂਗੇ, ਅਸੀਂ ਇਹਦੇ ਘਰ ਜਨਮ ਨਹੀਂ ਲੈਣਾ ਹੈਗਾ। ਜਦ ਇੰਨੀ ਗੱਲ ਬਾਬਾ ਜੀ ਕਹਿਣ ਲੱਗੇ ਚੱਲ ਠੀਕ ਆ। ਉਸ ਟਾਈਮ ਫਿਰ ਬਾਬਾ ਜੀ ਕਹਿਣ ਲੱਗੇ ਵੀ ਆਹ ਜਿਹੜਾ ਪ੍ਰਸ਼ਾਦ ਦੇਗ ਲੈ ਕੇ ਆਇਆ ਹੈ ਨਾ ਇਹਦਾ ਥੋੜ੍ਹਾ ਪ੍ਰਸ਼ਾਦ ਫਿਰ ਆਹ ਜਿਹੜਾ ਹਲਟੀ ਅੱਗੇ ਝੋਟਾ ਆਪਾਂ ਜੋੜਿਆ ਇਹਨੂੰ ਦੇ ਦਿਓ। ਜਦ ਇੰਨੀ ਗੱਲ ਹੋਈ ਤਾਂ ਦੇਖੋ ਉਸੇ ਹੀ ਪ੍ਰੇਮੀ ਨੇ ਥੋੜ੍ਹਾ ਪ੍ਰਸ਼ਾਦ ਜਿਹੜਾ ਸੀ ਆਪਣੇ ਹੱਥ ਦੀ ਤਲੀ 'ਤੇ ਰੱਖਿਆ ਅਤੇ ਉਹ ਝੋਟੇ ਦੇ ਅੱਗੇ ਕੀਤਾ ਅਤੇ ਉਹ ਜਿਹੜਾ ਝੋਟਾ ਸੀ ਉਹਨੇ ਪ੍ਰਸ਼ਾਦ ਛਕਿਆ। ਜੋ ਹੀ ਪ੍ਰਸ਼ਾਦ ਛਕਿਆ ਤਾਂ ਉਹ ਦੱਸਦੇ ਕਿ ਉਸੇ ਟਾਈਮ ਜਿਹੜਾ ਝੋਟਾ ਸੀਗਾ ਉਹਨੇ ਆਪਣੀ ਸਰੀਰ ਜਿਹੜਾ ਸੀਗਾ ਉਹ ਤਿਆਗ ਦਿੱਤਾ। ਜਦ ਉਹ ਝੋਟਾ ਸਰੀਰ ਤਿਆਗ ਕੇ ਥੱਲੇ ਧੜਮ ਦੇਣੀ ਡਿੱਗਿਆ ਅਤੇ ਸਾਰੇ ਜਿਹੜੇ ਸੀ ਹੈਰਾਨ ਰਹਿ ਗਏ। ਉਸ ਤੋਂ ਬਾਅਦ ਦੱਸਦੇ ਆ ਉਸੇ ਪ੍ਰੇਮੀ ਦੇ ਫਿਰ ਘਰ ਜਿਹੜਾ ਸੀਗਾ ਉਹ ਲੜਕਾ ਹੋਇਆ। ਹੁਣ ਇਹ ਖਬਰ ਜਿਹੜੀ ਸੀ ਸਾਰੀ ਆਲੇ ਦੁਆਲੇ ਸੰਗਤ 'ਚ ਫੈਲ ਗਈ ਕਿ ਵੀ ਬਾਬਾ ਨੰਦ ਸਿੰਘ ਹੁਣਾਂ ਦੇ ਪਾਸ ਜਦੋਂ ਪ੍ਰਸ਼ਾਦ ਲੈ ਕੇ ਆਇਆ ਸੀਗਾ ਉਸ ਟਾਈਮ ਬਾਬਾ ਨੰਦ ਸਿੰਘ ਨੇ ਪੁੱਛਿਆ ਸੀਗਾ ਅਗਰ ਕਿਸੇ ਪ੍ਰੇਮੀ ਦੇ ਘਰ ਜਨਮ ਲੈਣਾ ਹੈਗਾ ਤਾਂ ਦੱਸੋ। ਪਰ ਦੇਖੋ ਜਦ ਸਾਰੇ ਨਾ ਕੀਤੀ ਸੀ ਬਾਬਾ ਜੀ ਨੇ ਦੇਖੋ ਉਹੀ ਪ੍ਰਸ਼ਾਦ ਝੋਟੇ ਨੂੰ ਖਿਲਾ ਕੇ ਉਸੇ ਹੀ ਝੋਟੇ ਨੂੰ ਮਾਨਸ ਦੇ ਹੀ ਦਬਾ ਕੇ ਇਹਦੇ ਘਰ ਭੇਜ ਦਿੱਤਾ। ਸੋ ਉਸ ਤੋਂ ਬਾਅਦ ਦੱਸਦੇ ਆ ਕਿ ਉਹ ਪ੍ਰੇਮੀ ਦੇ ਘਰ ਜਦ ਇਹ ਲੜਕਾ ਬੜਾ ਸੁੰਦਰ ਜਨਮਿਆ ਸੀਗਾ ਅਤੇ ਆਲੇ ਦੁਆਲੇ ਲੋਕਾਂ ਨੇ ਉਹਦਾ ਨਾਂ ਫਿਰ ਝੋਟਾ ਹੀ ਰੱਖ ਲਿਆ ਸੀਗਾ। ਜਦੋਂ ਉਹਦੇ ਨਾਂ ਹੈ ਨਾ ਅੱਲ ਝੋਟੇ ਦੀ ਪੈ ਗਈ ਵੀ ਇਹ ਝੋਟਾ ਜਿਹੜਾ ਮਰ ਕੇ ਜਿਹੜਾ ਹਲਟੀ ਦੇ ਨਾਲ ਜੋੜਿਆ ਹੁੰਦਾ ਸੀਗਾ ਉਹ ਇਹਦੇ ਘਰ ਜਨਮ ਲਿਆ ਹੈਗਾ। ਪਰ ਦੱਸਦੇ ਆ ਉਹ ਜਿਹੜਾ ਜਨਮਿਆ ਬੱਚਾ ਉਹ ਬੜੀ ਉਮਰ ਵਾਲਾ ਹੋਇਆ ਸੀਗਾ ਅਤੇ ਫਿਰ ਉਹ ਪੋਤੇ ਪੋਤੀਆਂ ਉਹਦੇ ਹੋਈਆਂ ਸੀਗੀਆਂ ਅਤੇ ਉਹਨੇ ਆਪਣੀ ਪੂਰੀ ਉਮਰ ਭੋਗੀ ਸੀ। ਸੋ ਕਹਿਣ ਤੋਂ ਭਾਵ ਇਹ ਆ ਕਿ ਬਾਬਾ ਨੰਦ ਸਿੰਘ ਹੋਣੀ ਜਿਸ ਉੱਤੇ ਦੀ ਵੀ ਕਿਰਪਾ ਕਰਨ ਚਾਹੇ ਕੋਈ ਵੀ ਹੈ ਉਹਨਾਂ ਦਾ ਹੁਕਮ ਕੀੜੀ ਤੋਂ ਲੈ ਕੇ ਹਾਥੀ ਤੱਕ ਜੜ ਚੇਤਨ ਹਰੇਕ ਚੀਜ਼ ਦੇ ਉੱਤੇ ਚੱਲਦਾ ਹੈ।
ਉਸ ਤੋਂ ਬਾਅਦ ਦੱਸਦੇ ਆ ਕਿ ਜਦੋਂ ਇਹ ਝੋਟਾ ਸੁਰਗਵਾਸ ਹੋ ਗਿਆ ਸੀਗਾ, ਉਸ ਤੋਂ ਬਾਅਦ ਇੱਕ ਹੈ ਨਾ ਪ੍ਰੇਮੀ ਦੇ ਬੋਤੀ ਹੁੰਦੀ ਸੀ। ਉਹ ਜਿਹੜਾ ਬੋਤਾ ਹੁੰਦਾ ਸੀਗਾ ਮਹਾਂਪੁਰਖ ਫਿਰ ਉਸ ਬੋਤੇ ਵਾਲੇ ਪ੍ਰੇਮੀ ਨੂੰ ਕਹਿੰਦੇ ਹੁੰਦੇ ਸੀ, ਜਦੋਂ ਕਿਤੇ ਪਾਣੀਓ ਹਾਡੀ ਦਾ ਲਾਉਣਾ ਬੋਤਾ ਜੋੜਨਾ, ਅਤੇ ਆਲੇ ਦੁਆਲੇ ਜਿਹੜੀ ਬਗੀਚੀ ਲਾਈ ਸੀ ਮਹਾਂਪੁਰਖਾਂ ਨੇ ਜਾਂ ਹੋਰ, ਉਹ ਬੋਤਾ ਜੋੜ ਕੇ ਭਰਨੀ ਉਸ ਖੂਹ ਦੀ ਹਾਲਟੀ ਤੋਂ। ਫਿਰ ਇੱਕ ਵਾਰ ਦੱਸਦੇ ਆ ਕਿ ਇੱਕ ਵਾਰ ਬਾਬਾ ਜੀ ਨੇ ਫਿਰ ਜਿਹੜਾ ਸੀਗਾ ਜਦ ਸੁਨੇਹਾ ਭੇਜਿਆ ਵੀ ਭਾਈ ਆਪਣਾ ਬੋਤਾ ਦਿਓ ਅਤੇ ਹਾਲਟੀ ਦੇ ਨਾਲ ਜੋੜਨਾ ਹੈਗਾ। ਜਦ ਇੰਨੀ ਗੱਲ ਹੋਈ ਸੀ, ਸੋ ਉਸ ਟਾਈਮ ਜਿਹੜਾ ਪ੍ਰੇਮੀ ਦੇ ਘਰ ਬੋਤਾ ਹੁੰਦਾ ਸੀ ਉਹਨਾਂ ਦਾ ਇੱਕ ਲੜਕਾ ਬਿਮਾਰ ਹੋ ਗਿਆ ਸੀ। ਸੋ ਉਸ ਨੇ ਜਦ ਸੁਨੇਹਾ ਸੁਣਿਆ ਤਾਂ ਉਹ ਆਪਣੇ ਪਿਤਾ ਜੀ ਨੂੰ ਕਹਿਣ ਲੱਗਾ ਬਈ ਮੇਰਾ ਲੜਕਾ ਬਿਮਾਰ ਹੈਗਾ। ਅਤੇ ਉਸ ਟਾਈਮ ਜਗਰਾਉਂ ਦਾ ਇੱਕ ਮਸ਼ਹੂਰ ਡਾਕਟਰ ਸੀ ਕੁਲਵੰਤ ਸਿੰਘ, ਅਤੇ ਉਹਨੇ ਜਵਾਬ ਦੇ ਦਿੱਤਾ ਸੀਗਾ ਵੀ ਆਪਣਾ ਜਿਹੜਾ ਲੜਕਾ ਹੈਗਾ ਇਹਦੀ ਬਿਮਾਰੀ ਵੱਧ ਗਈ ਜਾਂ ਮੇਰੇ ਹੱਥ ਖੜ ਗਏ, ਇਸ ਕਰਕੇ ਇਹਨੂੰ ਤੁਸੀਂ ਹੈ ਨਾ ਲੁਧਿਆਣੇ ਰੈਫਰ ਕਰ ਲਓ। ਜਦ ਇਹ ਗੱਲ ਹੋਈ ਸੀ, ਸੋ ਉਸ ਟਾਈਮ ਫਿਰ ਉਹ ਝੋਟੇ ਵਾਲਾ ਪ੍ਰੇਮੀ ਦਾ ਜਿਹੜਾ ਬਜ਼ੁਰਗ ਸੀ ਕਹਿਣ ਲੱਗਾ, ਕਹਿੰਦਾ ਵੀ ਤੂੰ ਬੱਚੇ ਨੂੰ ਛੱਡ, ਬੱਚੇ ਨੂੰ ਤਾਂ ਮੈਂ ਕਿਸੇ ਹੋਰ ਦੇ ਹੱਥ ਵੀ ਭੇਜ ਦੂੰਗਾ, ਤੂੰ ਮਹਾਂਪੁਰਖਾਂ ਦਾ ਬਚਨ ਮੰਨ। ਜਦ ਇੰਨੀ ਗੱਲ ਹੋਈ ਸੀ ਤਾਂ ਉਹ ਫਿਰ ਜਿਹੜਾ ਪ੍ਰੇਮੀ ਸੀਗਾ ਲੜਕਾ ਤਾਂ ਉਹ ਫਿਰ ਦੁਬਾਰਾ ਬੋਤਾ ਲੈ ਕੇ ਆਇਆ ਸੀ। ਜਦ ਬੋਤਾ ਲੈ ਕੇ ਆਇਆ ਉਹਨੇ ਉਹ ਹਲਟੀ ਨਾਲ ਜੋੜਿਆ, ਅਤੇ ਬਾਬਾ ਨੰਦ ਸਿੰਘ ਹੁਣਾਂ ਨੇ ਜੋ ਜਿਹੜਾ ਹੁਕਮ ਦਿੱਤਾ ਸੀ ਉਹਦੇ ਨਾਲ ਸਾਰੇ ਕਿਆਰੇ ਬਗੀਚੇ ਜੋ ਵੀ ਸੀ ਪਾਣੀ ਨਾਲ ਪੂਰੀ ਤਰ੍ਹਾਂ ਨੱਕੋ ਨੱਕ ਭਰੇ ਸੀ। ਜਦ ਨੱਕੋ ਨੱਕ ਭਰੇ ਫਿਰ ਬਾਬਾ ਨੰਦ ਸਿੰਘ ਟਹਿਲਦੇ ਜਦੋਂ ਉੱਥੇ ਆਏ ਹਲਟੀ 'ਤੇ, ਜਦ ਦੇਖਿਆ ਉੱਥੇ ਬਾਬਾ ਨੰਦ ਸਿੰਘ ਹੁਣੀ ਬੜੇ ਪ੍ਰਸੰਨ ਹੋਏ। ਉਸ ਤੋਂ ਬਾਅਦ ਕਹਿਣ ਲੱਗੇ ਵੀ ਜਿਹੜਾ ਠੀਕ ਆ ਹੁਣ ਤੂੰ ਇਹ ਬੋਤਾ ਖੋਲ੍ਹ ਕੇ ਆਪਣੇ ਘਰ ਲੈ ਜਾ। ਜਦੋਂ ਪ੍ਰੇਮੀ ਜਿਹੜੀ ਸੀ ਬੋਤਾ ਖੋਲ੍ਹ ਕੇ ਆਪਣੇ ਘਰ ਲੈ ਕੇ ਗਿਆ ਅਤੇ ਮਨ ਦੇ ਵਿੱਚ ਇਹ ਹੋਇਆ ਵੀ ਮੇਰਾ ਬੱਚਾ ਜਿਹੜਾ ਹੈਗਾ ਵੀ ਉਹਦੀ ਪਤਾ ਨਹੀਂ ਕੀ ਹਾਲਤ ਹੋਊਗੀ। ਪਰ ਜਦ ਇੰਨੀ ਗੱਲ ਹੋਈ ਤਾਂ ਬਾਬਾ ਨੰਦ ਸਿੰਘ ਕਹਿਣ ਲੱਗੇ, ਕਹਿੰਦੇ ਭਾਈ ਤੂੰ ਘਰ ਪਹੁੰਚ ਜਾ, ਸਭ ਠੀਕ ਠਾਕ ਆ। ਜਦੋਂ ਇੰਨੀ ਗੱਲ ਹੋਈ ਤਾਂ ਉਹ ਜਿਹੜਾ ਪ੍ਰੇਮੀ ਬੋਤੇ ਵਾਲਾ ਜਦ ਘਰ ਗਿਆ ਸੀ, ਜਦ ਕੀ ਦੇਖਿਆ ਉਹਦਾ ਲੜਕਾ ਜਿਹਨੂੰ ਡਾਕਟਰ ਕੁਲਵੰਤ ਸਿੰਘ ਜਗਰਾਉਂ ਵਾਲੇ ਨੇ ਜਵਾਬ ਦਿੱਤਾ ਸੀ, ਕਹਿਤਾ ਲੁਧਿਆਣੇ ਰੈਫਰ ਕਰ ਲਓ, ਅਤੇ ਉਹ ਜਿਹੜਾ ਬੱਚਾ ਸੀਗਾ ਪੂਰੀ ਤਰ੍ਹਾਂ ਤੰਦਰੁਸਤ ਸੀ ਅਤੇ ਬੱਚਿਆਂ ਦੇ ਵਿੱਚ ਖੇਡ ਰਿਹਾ ਸੀਗਾ ਜਿਵੇਂ ਉਹ ਬਿਮਾਰੀ ਜਿਹੜੀ ਆ ਉਹਨੂੰ ਕਦੀ ਹੋਈ ਨਾ ਹੋਵੇ। ਇਸ ਤਰ੍ਹਾਂ ਦੇ ਅਨੇਕਾਂ ਜਿਹੜੇ ਚਮਤਕਾਰ ਕੌਤਕ ਬਾਬਾ ਨੰਦ ਸਿੰਘ ਦੀ ਰਚਨਾ ਤੋਂ ਸਹਿਜ ਦੇ ਵਿੱਚ ਹੀ ਹੋ ਜਾਂਦੇ ਸੀ। ਸੋ ਦਾਸ ਇੰਨੇ ਹੀ ਬਚਨ ਕਰਦਾ ਹੋਇਆ ਖਿਮਾ ਦਾ ਜਾਚਕਵਾ ਜੀ, ਹੋਈਆਂ ਬੇਅੰਤ ਭੁੱਲਾਂ ਚੁੱਕਾਂ ਦੀ ਖਿਮਾ ਬਖਸ਼ਣੀ। ਸੋ ਫਤਿਹ ਬੁਲਾਓ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।